ਭਰਿਆ ਹੋਇਆ ਹੈ ਤੇ ਸਾਡੇ ਜੀਵਨ ਦੇ ਵਿੱਚ ਉਡੇਲੇ ਔਰ ਅਸੀਂ ਪਰਮੇਸ਼ਵਰ ਦੀਆਂ ਅਣਗਿਣਤ ਬਰਕਤਾਂ ਨੂੰ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰ ਸਕੀਏ ਔਰ ਬੰਧਨਾਂ ਤੋਂ ਮੁਕਤ ਹੋ ਕੇ ਆਜ਼ਾਦ ਹੋ ਕੇ ਅਸੀਂ ਯਿਸੂ ਮਸੀਹ ਦੇ ਗਵਾਹ ਬਣ ਗਏ। ਆਮੀਨ ਹਾਲੇਲੂਇਆ ਹਾਲੇਲੂਇਆ। ਔਰ ਅਸੀਂ ਪਰਮੇਸ਼ਵਰ ਦੇ ਵਚਨ ਚੋਂ ਪੜਾਂਗੇ ਸੰਤ ਮੱਤੀ ਦੀ ਅੰਜੀਲ ਉਹਦਾ 9 ਬਾਬ ਉਹਦਾ 32ਵਾਂ ਵਚਨ। ਮੱਤੀ ਦੀ ਅੰਜੀਲ ਉਹਦਾ 9 ਬਾਬ ਉਹਦਾ 32 ਵਚਨ। जब वे बाहर जा रहे थे तो देखो लोग एक गूंगे को जिसमें दुष्ट आत्मा थी उसके पास लाए। हालेलुया 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 हालेलुया। प्रभु यीशु मसीह के बारे ये वचन दस रहा कि एक दिन प्रभु यीशु मसीह जा रहे सन अपनी सेवकाई दे कामां दे लई दुष्ट आत्मा दे जकड़े लोकां ਨੂੰ ਆਜ਼ਾਦ ਕਰਨ ਦੇ ਲਈ ਪਰਮੇਸ਼ਵਰ ਦੇ ਰਾਜ ਦਾ ਸਭ ਸਮਾਚਾਰ ਸੁਣਾਉਣ ਦੇ ਲਈ। ਜਦੋਂ ਉਹ ਜਾ ਰਹੇ ਸੀ ਰਸਤੇ ਵਿੱਚ ਲੋਕ ਇੱਕ ਗੂੰਗੇ ਆਦਮੀ ਨੂੰ ਉਹਦੇ ਕੋਲ ਲੈ ਕੇ ਆਏ। ਉਹਦੀ ਜ਼ੁਬਾਨ ਬੰਦ ਸੀ ਅਤੇ ਉਹ ਬੋਲ ਨਹੀਂ ਸੀ ਸਕਦਾ। प्रभु यीशु मसीह ने की किया उस आदमी के नाल। और जब दुष्ट आत्मा निकाल दी गई यीशु मसीह ने ਉਹਦੇ ਅੰਦਰੋਂ ਦੁਸ਼ਟ ਆਤਮਾ ਨੂੰ ਕੱਢ ਦਿੱਤਾ तो गूंगा बोलने लगा। तो ਜਿਹੜਾ ਗੂੰਗਾ ਸੀ ਉਹ ਬੋਲਣ ਲੱਗ ਗਿਆ। ਆਮੀਨ ਹਾਲੇਲੂया ਹਾਲੇਲੂया। गूंगा क्यों हो गया? बोलने लग गया। यीशु मसीह ने उस गंदी परिष्ट आत्मा ਨੂੰ जिसने उस आदमी ਦੀ ਜ਼ੁਬਾਨ ਨੂੰ ਬੰਦ ਕੀਤਾ ਸੀ ਉਹਨੂੰ ਜਕੜ ਕੇ ਰੱਖਿਆ ਸੀ। यीशु मसीह ने ਉਹਨੂੰ ਡਾਂਟਿਆ ਤੇ ਉਸ ਨੂੰ ਆਖਿਆ ਇਹ ਗੂੰਗੀ ਆਤਮਾ इस इंसान को छोड़ के चली जा। और उससे समय वो बंदा आजाद हो गया और उसकी जुबान खुल गई और वो परमेश्वर की महिमा करता है। आमीन हालेलुया हालेलुया। मेरे और ਤੁਹਾਡੇ ਜੀਵਨ ਦੇ ਅੰਦਰ ਵੀ ਬਹੁਤ ਸਾਰੇ ਬੰਧਨ ਜਿਹੜੇ ਦੁਸ਼ਟ ਆਤਮਾ ਦੇ ਦੁਆਰਾ ਲਗਾਏ ਜਾਂਦੇ ਨੇ। ਸਾਡੀ ਜ਼ਿੰਦਗੀ ਸਾਡਾ ਜੀਵਨ ਬਹੁਤ ਵਾਰੀ ਦੁਸ਼ਟ ਆਤਮਾਵਾਂ ਦੀ ਗ੍ਰਿਫਤ ਵਿੱਚ ਆ ਜਾਂਦਾ ਹੈ ਜਿਹੜਾ ਸਾਨੂੰ ਪਤਾ ਨਹੀਂ ਚੱਲਦਾ ਸਾਨੂੰ ਮਹਿਸੂਸ ਨਹੀਂ ਹੁੰਦਾ ਕਿਉਂਕਿ ਅਸੀਂ ਇਹ ਨਿਸ਼ਚਾ ਕਰਦੇ ਹਾਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਚੁਣੇ ਹੋਏ ਲੋਕ ਹਾਂ ਔਰ ਸ਼ੈਤਾਨੀ ਤਾਕਤਾਂ ਸਾਡੇ ਜੀਵਨ ਦੇ ਵਿੱਚ ਕਾਰਜ ਨਹੀਂ ਕਰ ਸਕਦੀਆਂ। ਸ਼ੈਤਾਨੀ ਤਾਕਤਾਂ ਸਾਡੇ ਜੀਵਨ ਦੇ ਵਿੱਚ ਕੰਮ ਨਹੀਂ ਕਰ ਸਕਦੀਆਂ। ਸਾਡਾ ਇਹ ਓਵਰ ਕੌਨਫੀਡੈਂਸ ਇਹ ਸਾਨੂੰ ਭੁਲੇਖੇ ਵਿੱਚ ਪਾ ਦਿੰਦਾ ਹੈ ਔਰ ਦੁਸ਼ਟ ਆਤਮਾ ਸਾਡੇ ਜੀਵਨ ਦੇ ਵਿੱਚ ਕੰਮ ਕਰਦੀਆਂ ਰਹਿੰਦੀਆਂ ਨੇ ਔਰ ਅਸੀਂ ਕਦੀ ਵੀ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਨੁਭਵ ਨਹੀਂ ਕਰ ਪਾਉਂਦੇ ਮਹਿਸੂਸ ਨਹੀਂ ਕਰ ਪਾਉਂਦੇ ਔਰ ਨਾ ਅਸੀਂ ਇਹਨਾਂ ਨੂੰ ਆਪਣੇ ਜੀਵਨ ਚੋਂ ਡਾਂਟਦੇ ਹਾਂ ਨਾ ਅਸੀਂ ਇਹਨਾਂ ਨੂੰ ਆਪਣੇ ਜੀਵਨ ਚੋਂ ਬਾਹਰ ਕੱਢਣ ਦਾ ਯਿਸੂ ਮਸੀਹ ਦੇ ਨਾਮ 'ਚ ਹੁਕਮ ਦਿੰਦੇ ਹਾਂ। ਅਸੀਂ ਆਪਣੇ ਅਲੱਗ-ਅਲੱਗ ਯਤਨ ਕਰਦੇ ਰਹਿੰਦੇ ਹਾਂ ਜਿਹਦੇ ਕਾਰਨ ਇਹ ਦੁਸ਼ਟ ਆਤਮਾ ਸਾਡੇ ਜੀਵਨ 'ਚ ਬਹੁਤ ਸਾਰਾ ਨੁਕਸਾਨ ਕਰ ਦਿੰਦੀਆਂ ਨੇ। ਹਾਲੇਲੂਇਆ 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 ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਜਦੋਂ ਇਸ ਸੰਸਾਰ ਵਿੱਚ ਆਏ ਤਾਂ ਉਹਨਾਂ ਨੇ ਕਿਹਾ ਕਿ ਮੈਂ ਸ਼ੈਤਾਨ ਦੇ ਕੰਮਾਂ ਨੂੰ ਖਤਮ ਕਰਨ ਵਾਸਤੇ ਸੰਸਾਰ ਵਿੱਚ ਆਇਆ। ਆਮੀਨ ਹਾਲੇਲੂਇਆ। ਉਹਨਾਂ ਦਾ ਮਕਸਦ ਸੀ ਕਿ ਸ਼ੈਤਾਨ ਦੇ ਕੰਮਾਂ ਦਾ ਖਾਤਮਾ ਕਰੇ ਅਤੇ ਪਰਮੇਸ਼ਵਰ ਦੇ ਕੰਮਾਂ ਨੂੰ ਸਾਡੇ ਜੀਵਨਾਂ ਦੇ ਵਿੱਚ ਸ਼ੁਰੂਆਤ ਕਰੇ। ਔਰ ਜਦੋਂ ਉਹਨਾਂ ਨੇ ਆਪਣੇ ਚੇਲਿਆਂ ਨੂੰ ਇਸ ਸੰਸਾਰ ਵਿੱਚ ਭੇਜਿਆ ਮੱਤੀ ਦੀ ਅੰਜੀਲ 10 ਬਾਬ ਉਹਦਾ ਪਹਿਲਾ ਵਚਨ ਪੜਾਂਗੇ ਉਹਦੇ ਅੰਦਰ ਸਭ ਤੋਂ ਪਹਿਲਾਂ ਯਿਸੂ ਮਸੀਹ ਨੇ ਉਹਨਾਂ ਨੂੰ ਇਹੀ ਅਧਿਕਾਰ ਦਿੱਤਾ कि जाके तुसी दुष्ट आत्मावां ਨੂੰ ਬਾਹਰ ਕੱਢਣਾ। मत्ती 10 बाब ਦਾ ਪਹਿਲਾ वचन पढ़ांगे। फिर उसने अपने 12 चेलों को पास बुलाकर उन्हें अशुद्ध आत्माओं पर अधिकार दिया। हालेलुया हालेलुया। ਉਹਨੇ 12 ਚੇਲਿਆਂ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਨੂੰ ਦੁਸ਼ਟ ਆਤਮਾ ਦੀਆਂ ਤਾਕਤਾਂ ਦੇ ਉੱਤੇ ਅਧਿਕਾਰ ਦੇ ਦਿੱਤਾ। ਹਾਲੇਲੁਇਆ ਹਾਲੇਲੁਇਆ। ਪਹਿਲਾ ਕੰਮ ਕਿਹੜਾ ਕੀਤਾ ਉਹਨੇ ਦੁਸ਼ਟ ਆਤਮਾ ਦੀ ਸ਼ਕਤੀ ਦੇ ਉੱਤੇ ਉਹਨਾਂ ਨੂੰ ਕੀ ਦਿੱਤਾ ਅਧਿਕਾਰ ਦਿੱਤਾ। क्योंकि बहुत सारे लोग बंधन में सन बहुत सारे लोग जकड़े हुए सन दुष्ट आत्मावां के द्वारे। इसलिए प्रभु यीशु मसीह ने सब तो पहला उन्हां नूं इख्तियार दिता दुष्ट दीयां ताकतां उते शैतान दीयां ताकतां उते गंदियां बदलूआं दे उते और उन्हें उन्हां नूं हुक्म दिता कि जाके शैतान दे जकड़े हुए लोकां नूं आजाद करो। हालेलुया 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 हालेलुया। इनका 7वां और 8वां 10 बाब 7 और चलते चलते
ये प्रचार करो। यीशु मसीह ने जो दुष्ट आत्मा ने ते उन्होंने अधिकार दे के संसार ਵਿੱਚ ਭੇਜਿਆ ਅਤੇ ਉਹਨਾਂ ਨੂੰ ਕਿਹਾ चलते चलते रस्ते ਵਿੱਚ ਇਹ प्रचार करो स्वर्ग का राज्य निकट आ गया है। स्वर्ग ਦਾ ਰਾਜ ਤੁਹਾਡੇ ਨਜ਼ਦੀਕ ਆ ਗਿਆ ਹੈ। ਆਮੀਨ। ਹਾਂਜੀ ਅੱਗੇ बीमारों को चंगा करो। ਜਦੋਂ ਤੁਸੀਂ ਪ੍ਰਚਾਰ ਕਰਦੇ ਜਾਣਾ ਉਹਦੇ ਨਾਲ ਨਾਲ ਤੁਸੀਂ ਉੱਥੋਂ ਦੇ ਬਿਮਾਰ ਲੋਕਾਂ ਨੂੰ ਵੀ ਚੰਗਾ ਕਰਨਾ ਹੈ। मरे हुओं को जिलाओ। ਜਿਹੜੇ ਲੋਕ ਮਰ ਗਏ ਨੇ ਉਹਨਾਂ ਨੂੰ ਜ਼ਿੰਦਾ ਕਰਨਾ ਹੈ। कोड़ियों को शुद्ध करो। ਜਿਹੜੇ ਕੋੜ ਦੇ ਜਕੜੇ ਹੋਏ ਨੇ ਉਹਨਾਂ ਨੂੰ ਕੋੜ ਤੋਂ ਮੁਕਤ ਕਰਨਾ ਹੈ। दुष्ट आत्माओं को निकालो। ਜਿਹੜੇ ਦੁਸ਼ਟ ਆਤਮਾ ਦੇ ਜਕੜੇ ਹੋਏ ਨੇ ਉਹਨਾਂ ਨੂੰ ਦੁਸ਼ਟ ਆਤਮਾ ਤੋਂ ਆਜ਼ਾਦ ਕਰਨਾ। ਹਾਲੇਲੂਇਆ 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 ਹਾਲੇਲੂਇਆ। ਬਾਈਬਲ ਦੱਸਦੀ ਹੈ ਕਿ ਸਾਰਾ ਸੰਸਾਰ ਸ਼ੈਤਾਨ ਦੇ ਦੁਸ਼ਟ ਦੇ ਪੰਜੇ ਦੇ ਥੱਲੇ ਹੈ ਤੇ ਉਹਦੇ ਪੰਜੇ ਹੇਠੋਂ ਬਾਹਰ ਕੱਢਣ ਦੇ ਲਈ ਪ੍ਰਭੂ ਯਿਸੂ ਮਸੀਹ ਸੰਸਾਰ ਵਿੱਚ ਆਇਆ। ਹਰੇਕ ਜਿਹੜਾ ਉਹਦੇ ਤੇ ਨਿਚਾ ਕਰਦਾ ਹੈ ਉਹਦੇ ਤੇ ਵਿਸ਼ਵਾਸ ਕਰਦਾ ਹੈ परमेश्वर ਉਹਨੂੰ ਦੁਸ਼ਟ ਦੇ ਪੰਜੇ ਹੇਠੋਂ ਬਾਹਰ ਕੱਢ ਕੇ ਉਹਨੂੰ ਆਪਣੇ ਸਮਰਥੀ ਔਰ ਸ਼ਕਤੀਸ਼ਾਲੀ ਹੱਥ ਦੇ ਥੱਲੇ ਲਿਆਓ। ਆਮੀਨ ਹਾਲੇਲੂਇਆ 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 ਹਾਲੇਲੂਇਆ। ਥੋੜੀ ਦੇਰ ਪਹਿਲਾਂ ਅਸੀਂ ਭੈਣ ਕੋਲ ਇੱਕ ਗਵਾਹੀ ਸੁਣ ਰਹੇ ਸੀ। ਉਹਨੇ ਆਪਣੇ ਜੀਵਨ ਦੀ ਗਵਾਹੀ ਦੱਸੀ ਪਰ ਉਹਨੇ ਇਹ ਨਹੀਂ ਦੱਸਿਆ ਕਿ ਉਹਨੂੰ ਹੋਇਆ ਕੀ ਸੀ ਔਰ ਚੰਗੀ ਕਿਵੇਂ ਹੋਈ। ਸਾਰਿਆਂ ਨੂੰ ਦੀ ਗਵਾਹੀ ਸੁਣੀ ਹੈ ਪਰ ਤੁਹਾਨੂੰ ਸਮਝ ਨਹੀਂ ਲੱਗੀ ਕਿ ਉਹ ਕੀ ਕਹਿ ਕੇ ਗਈ ਹੈ, ਕੀ ਹੋਇਆ ਸੀ ਕੀ ਨਹੀਂ ਹੋਇਆ, ਕਿਉਂਕਿ ਉਹਨੇ ਡਿਟੇਲ ਵਿੱਚ ਆਪਣੀ ਗਵਾਹੀ ਨਹੀਂ ਦੱਸੀ। तो जब कि साडा परमेश्वर सानू दसदा है कि ਅਸੀਂ ਆਪਣੇ ਜੀਵਨ ਦੇ ਵਿੱਚ ਉਹ ਗਵਾਹੀ ਨੂੰ ਦੱਸਣਾ ਹੈ ਜੋ ਕੰਮ ਪਰਮੇਸ਼ਵਰ ਨੇ ਸਾਡੇ ਲਈ ਕੀਤੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਜਦੋਂ ਇੱਕ ਆਦਮੀ ਦੇ ਅੰਦਰੋਂ ਦੁਸ਼ਟ ਆਤਮਾਵਾਂ ਨੂੰ ਕੱਢਿਆ ਪ੍ਰਭੂ ਯਿਸੂ ਮਸੀਹ ਨੇ ਤੇ ਉਹ ਚੰਗਾ ਹੋ ਗਿਆ ਤੇ ਦੁਸ਼ਟ ਆਤਮਾਵਾਂ ਉਹਨੂੰ ਛੱਡ ਕੇ ਚਲੀਆਂ ਗਈਆਂ। ਉਹ ਫ੍ਰੀ ਹੋ ਗਿਆ, ਆਜ਼ਾਦ ਹੋ ਗਿਆ ਤੇ ਉਹ ਯਿਸੂ ਮਸੀਹ ਦੇ ਪਿੱਛੇ ਪਿੱਛੇ ਆਉਣ ਲੱਗਾ। ਉਹਨੇ ਕਿਹਾ ਪ੍ਰਭੂ ਜਿੱਥੇ ਜਿੱਥੇ ਤੂੰ ਜਾਏਗਾ ਮੈਂ ਤੇਰੇ ਉੱਥੇ ਨਾਲ ਨਾਲ ਜਾਵਾਂ। ਪ੍ਰਭੂ ਨੇ ਕਿਹਾ ਤੂੰ ਮੇਰੇ ਨਾਲ ਨਾ ਜਾ, ਤੂੰ ਪਿੱਛੇ ਆਪਣੇ ਪਿੰਡ ਵਿੱਚ ਚਲਾ ਜਾ, ਆਪਣੇ ਘਰਾਂ 'ਚ ਚਲਾ ਜਾ ਅਤੇ ਜੋ ਪਰਮੇਸ਼ਵਰ ਨੇ ਤੇਰੇ ਨਾਲ ਅਦਭੁਤ ਕੰਮ ਕੀਤੇ ਨੇ ਉਹਨਾਂ ਦੇ ਬਾਰੇ ਉਹਨਾਂ ਨੂੰ ਦੱਸ ਕਿ ਤੇਰੇ ਨਾਲ ਪਰਮੇਸ਼ਵਰ ਨੇ ਕੀ ਕੀਤਾ। ਹਾਲੇਲੂਇਆ। तो ਅਸੀਂ ਡਿਟੇਲ ਦੇ ਵਿੱਚ ਦੱਸਣਾ ਪਰਮੇਸ਼ਵਰ ਨੇ ਸਾਡੇ ਜੀਵਨ 'ਚ ਕੀ ਕੰਮ ਕੀਤਾ। तो ਪਿਛਲੇ ਹਫਤੇ ਦੀ ਗੱਲ ਹੈ, ਇਹੀ ਭੈਣ ਜੀ ਬਹੁਤ ਜ਼ਿਆਦਾ ਬਿਮਾਰ ਹੋ ਗਈ। ਇਹਦਾ ਥੱਲੜਾ ਤੜ ਜਿਹੜਾ ਸੀ ਇਹ ਲੱਤਾਂ ਥੱਲੇ ਦਾ ਹਿੱਸਾ ਪੂਰਾ ਲੱਕ ਤੋਂ ਲੈ ਕੇ ਥੱਲੇ ਤੱਕ ਇਹ पूरा डेड हो गया, बेड पे चली गई और इन्होंने पता लगा कि अटैक हो गया है। अटैक के नाल इन्हां दा जेड़ा लत्तां ने ओने चलना बंद कर दिता। तो डॉक्टर कोल भी लेके गए, दवाई लेके आंदी पर कोई असर नहीं होया ओदे नाल। फिर ये जेडी भैन गवाही दित्ती है, ये जेड़ा साडा भाई आराधना करदा है भाई सनी उन्हां दी मम्मी है। तो इन्होंने मैनू बुलाया, मैं इन्हां दे कर गया और ये सचमुच ਇਹਦੀਆਂ ਲੱਤਾਂ ਬਿਲਕੁਲ ਆਕੜ ਗਈਆਂ ਸੀ, ਸਿੱਧੀਆਂ ਸੀ, ਉਹ ਥੱਲੇ ਨਹੀਂ ਸੀ ਲਗਾ ਰਹੀ। ਦੋ ਤਿੰਨ ਜਣੇ ਉਹਨੂੰ ਫੜ ਕੇ ਵਾਸ਼ਰੂਮ ਦੇ ਲਈ ਲੈ ਕੇ ਜਾ ਰਹੇ ਸਨ। तो मैं ਉਹਦੇ ਵਾਸਤੇ ਪ੍ਰਾਰਥਨਾ ਕੀਤੀ। ਪਰਮੇਸ਼ਵਰ ਨੇ ਉਸੇ ਸਮੇਂ ਉਹਨੂੰ ਉਠਾ ਕੇ ਖੜਾ ਕੀਤਾ और ਉਹਦੀਆਂ ਲੱਤਾਂ ਆਜ਼ਾਦ ਹੋ ਗਈਆਂ। ਉਹਦੀਆਂ ਲੱਤਾਂ 'ਚ ਸ਼ਕਤੀ ਆਈ और अपने आप ਉਹਨੇ ਚੱਲ ਕੇ अपने वाशरूम वगैरह गई और चलना फिरना शुरू कर दिया। पर अगले दिन फिर वो अटैक आ गया पर ਹੁਣ ਉਹਦੀ ਜ਼ੁਬਾਨ ਬੰਦ ਹੋ ਗਈ, ਉਹਦੇ ਕੋ ਬੋਲਿਆ ਨਹੀਂ ਸੀ ਜਾਂਦਾ। ਫਿਰ ਡਾਕਟਰ ਕੋਲ ਲੈ ਕੇ ਗਏ तो पता लगा कि वो फिर अटैक होया वा और ਉਹਦੇ ਨਾਲ ਜ਼ੁਬਾਨ ਜਿਹੜੀ ਉਹ ਬੰਦ ਹੋ ਗਈ। तो फिर प्रार्थना ਦੇ ਲਈ ਇਹਨਾਂ ਦੇ ਘਰ ਵਿੱਚ ਗਏ, ਫਿਰ ਧੰਨਵਾਦ ਪਰਮੇਸ਼ਵਰ ਦਾ ਦੁਆ ਕੀਤੀ और ਉਹਨਾਂ ਦੀ ਜ਼ੁਬਾਨ ਫਿਰ ਖੁੱਲ ਗਈ। ਪਰਮੇਸ਼ਵਰ ਉਹਨਾਂ ਦੀ ਜ਼ੁਬਾਨ ਨੂੰ ਵੀ ਖੋਲ ਦਿੱਤਾ और ਉਹ ਪਰਮੇਸ਼ਵਰ ਦੀ ਮਹਿਮਾ ਕਰਨ ਲੱਗੀ। ਹਾਲੇਲੂਇਆ 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 ਹਾਲੇਲੂਇਆ। पर फिर दोबारा ਉਹਨਾਂ ਦੇ ਜੀਵਨ ਦੇ ਵਿੱਚ वो समस्या आई, वो अटैक था, फिर उन्होंने प्रॉब्लम हुई। तब इन्होंने अगले दिन पठानकोट जाना सी दवाई लेने के लिए। इस सवेरे सवेरे दुआ करके इनको इन्होंने भेजा, प्रार्थना करके और दवाई लेने के लिए चले गए। तो दवाई लेके जो वापस आ रहे सी ते असी मैं और एक जना और पास्टर साहब से मेरे नाल और असी इन्हां दे लिए इत्थे प्रार्थना कर रहे सां। ये चले गए, ਆਪਾਂ तो दुआ करनी शुरू कर दी, प्रभु दोस्त बेटी ते दया कर, ਉਹਨੂੰ ਚੰਗਾ ਕਰ। तो ਜਦੋਂ ਇਹ ਵਾਪਸ ਆ ਰਹੇ ਸੀ तो उस समय ਜਿਹੜੀਆਂ ਦੁਸ਼ਟ ਆਤਮਾ ਉਹਨੂੰ ਅਟੈਕ ਕਰ ਰਹੀਆਂ ਸਨ ਉਹਦੇ ਉੱਤੇ ਉਹ ਪ੍ਰਗਟ ਹੋ ਗਈ ਔਰ ਉਹਨੇ ਬੱਸ ਵਿੱਚ ਹੀ ਉਹ ਦੁਸ਼ਟ ਆਤਮਾਵਾਂ ਨੇ ਕਾਰ ਵਿੱਚ ਜਿਹੜੀ ਕਾਰ ਚ ਇਹਨੂੰ ਲੈ ਕੇ ਗਈ ਸੀ ਉਹਦੇ ਚ ਇਹਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਔਰ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿ ਅਸੀਂ ਇਹਨੂੰ ਲੈ ਕੇ ਜਾਣਾ, ਅਸੀਂ ਇਹਨੂੰ ਫੜਿਆ, ਅਸੀਂ ਇਹਨੂੰ ਜਕੜਿਆ ਹੋਇਆ। ਤਦ ਸਨੀ ਨੇ ਉਸੇ ਸਮੇਂ ਮੈਨੂੰ ਫੋਨ ਲਗਾਇਆ, ਕਹਿੰਦੇ ਜੀ ਦੁਸ਼ਟ ਆਤਮਾ। ਮੈਂ ਕਿਹਾ ਕੋਈ ਗੱਲ ਨਹੀਂ, ਪ੍ਰਾਰਥਨਾ ਕਰਦੇ ਹਾਂ, ਤੁਸੀਂ ਇਹਨੂੰ ਇੱਥੇ ਲੈ ਕੇ ਆਓ। और दुआ करते करते गड्डी ਦੇ ਵਿੱਚ ਇਹਨੂੰ ਇੱਥੇ ਲੈ ਆਂਦਾ
और इथे वो दुष्ट आत्मावां ਜਿਹੜੀਆਂ ਚਮੜੀਆਂ ਹੋਈਆਂ ਤਿੰਨ ਭੂਤ ਇਹਨੂੰ ਚਮੜੇ ਹੋਏ ਸੀ ਦੁਸ਼ਟ ਆਤਮਾ ਚਮੜੀਆਂ और तिन्ने ਦੀਆਂ ਤਿੰਨੇ ਬੋਲ ਰਹੀਆਂ ਸੀ ਵਾਰੀ ਵਾਰੀ और परमेश्वर ਦਾ ਧੰਨਵਾਦ प्रभु ने इस बेटी ਨੂੰ आजाद कर ਦਿੱਤਾ तो जितो दवाई लेके आंदा सी डॉक्टर ने कहा 3 महीने लगातार दवाई खानी है पर धन्यवाद परमेश्वर ਦਾ कि ਉਹਨੇ ਹੁਣ दवाई बिल्कुल बंद कर ਦਿੱਤੀ ਹੋਈ ਆ और ਉਹਨੂੰ कोई प्रॉब्लम नहीं है तो स्वास्थ्य ने दवाई ਦਿੱਤੀ है सारा कुछ आप अपने खाना पीना भी बना के बच्चों को देता और अपने काम काज भी सारे कीते ने और ये अनुग्रह है परमेश्वर ਦਾ कि परमेश्वर ने उस बेटी ਨੂੰ ਉਹਨਾਂ ਗੰਦੀਆਂ ਦੁਸ਼ਟ ਆਤਮਾਵਾਂ ਤੋਂ ਆਜ਼ਾਦ ਕਰ ਆਮੀਨ ਹਾਲੇਲੂਇਆ ਹਾਲੇਲੂਇਆ तो मतलब कहता है कि बहुत वारी ਸਾਡੇ ਜੀਵਨ ਚ शैतान इस तरह ਦੀਆਂ ਸਮੱਸਿਆਵਾਂ ਲੈ ਕੇ ਆਉਂਦਾ ਅਸੀਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ ਉਹਨਾਂ ਦੀਆਂ ਚਲਾਕੀਆਂ ਨੂੰ ਫੜ ਨਹੀਂ ਪਾਉਂਦੇ ਉਹਨਾਂ ਨੂੰ ਪਹਿਚਾਨ ਨਹੀਂ ਪਾਉਂਦੇ ਆਪਣੇ ਜੀਵਨ ਚ ਔਰ ਅਸੀਂ ਹੋਰ ਉਪਰਾਲੇ ਜਾਂ ਆਪਣੇ ਹੋਰ ਉਪਾਅ ਕਰਦੇ ਰਹਿੰਦੇ ਆ ਇਲਾਜ ਕਰਦੇ ਰਹਿੰਦੇ ਆ ਪਰ ਦੁਸ਼ਟ ਆਤਮਾਵਾਂ ਸਾਡੇ ਜੀਵਨ ਚ ਸਾਡਾ ਬਹੁਤ ਸਾਰਾ ਨੁਕਸਾਨ ਕਰਦੀਆਂ ਆਮੀਨ ਆਮੀਨ ਇਸ ਲਈ ਕਦੀ ਇਹ ਨਾ ਸੋਚਣਾ ਕਿ ਅਸੀਂ ਵਿਸ਼ਵਾਸੀ ਲੋਕ ਹਾਂ ਪਰਮੇਸ਼ਰ ਦੇ और साडे ते शैतान अटैक नहीं कर सकता शैतान साडे ते भी अटैक कर सकता है शैतान साडे जीवन च भी आकर रुकावटां लेके आ जा सकता है हालेलुया हालेलुया जिवें परमेश्वर दे वचन च लिखिया कि अजूब परमेश्वर दा बड़ा कर्मी जन सी भाए परमेश्वर दे कोलों शैतान इजाजत लेके आया पर फिर भी शैतान ने आके ओदा जीवन बर्बाद कर दिया ओदे बच्चे खत्म कर दिते ओदा माल डंगर खत्म कर दिता ओदा शरीर फोड़ियां दे नाल कर दिता वो कल्ला छड़ देता एकदम वो राजियां वर्गा जीवन जी रहा सी पर पखारियां वर्गा जीवन उन्हें जीवन दे लिए मजबूर कर कई बारी विश्वासी लोग जेडे बहुत ज्यादा विश्वासी जीवन जी रहे ने धर्मी जीवन जी रहे ने बड़ा अपने परमेश्वर दियां नजरां विच सारा काम सही कर रहे सारा कुछ ठीक कर रहे हैं तो कई बारी शैतान उन्हां दे विश्वास ਨੂੰ परखਣ ਦੇ ਲਈ उन्हां दे ईमान ਨੂੰ देखਣ ਦੇ ਲਈ उन्हां दे जीवन ਚ कई तरह ਦੀਆਂ परीक्षावां लेके आ सकदा है इसलिए एक कभी इस भुलेखे विच नहीं रहना कि शैतान साडे जीवन च नहीं आ सकता है तो अलर्ट होना है प्रार्थना करनी है अगर ਤੁਹਾਡੇ जीवन च कोई इस शैतान की ताकत का कोई प्रभाव हो गया है कोई शैतानी ताकतों का अटैक हो गया है तो उस समय डरना नहीं है घबराना नहीं है बल्कि उस समय प्रभु ने सानू ढंग दस्या है तरीका दस्या है कि आपां की करना है ਅਸੀਂ ਮत्ती दी अंजील दे विच पढ़ांगे ਉਹਦਾ 12वां बाब सब लोग एक अंधे गूंगे को जिसमें दुष्ट आत्मा थी उसके पास लाए हालेलुया हालेलुया पहला ਅਸੀਂ ਦੇਖਿਆ ਕਿ ਇੱਕ ਗੂੰਗੇ ਬੰਦੇ ਨੂੰ ਯਿਸੂ ਮਸੀਹ ਕੋਲ ਲੈ ਕੇ ਆਏ ਹੁਣ ਇੱਥੇ ਦੂਸਰਾ ਬੰਦਾ ਆਇਆ ਹੈ ਇਹ ਅੰਨਾ ਵੀ ਹੈ ਤੇ ਗੂੰਗਾ ਵੀ ਹੈ ਦੋਵੇਂ ਇਹਦੀਆਂ ਅੱਖਾਂ ਵੀ ਬੰਦ ਨੇ ਔਰ ਇਹਦੀ ਜ਼ੁਬਾਨ ਵੀ ਬੰਦ ਹੈ ਇਹਨੂੰ ਯਿਸੂ ਮਸੀਹ ਦੇ ਕੋਲ ਲੈ ਕੇ ਆਏ ਹਾਂਜੀ और उसने उसे अच्छा किया और उन दुष्ट आत्मा चमड़ियां हुई सी और प्रभु यीशु मसीह ने और दुष्ट आत्मा दे जकड़े हुए इंसान को चंगा कर देता और वह बोलने और देखने लगा वो उसकी जुबान भी खुल गई और उसकी आंखें भी खुल गईं और देखने भी लग गया ते बोलने भी लग गया हालेलुया 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 और ये बड़ा चमत्कार देख के उस जगह दे उत्ते बहुत सारे लोग परमेश्वर के विरोध में बोलने लगे बहुत सारे दी महिमा करने लगे और बहुत सारे ने इल्जाम लाए कि पुकार दे सरदार दी मदद नाल ये दुष्ट आत्मावां नूं कढ दिंदा पर यीशु मसीह ने अपने चेलियां नूं ये ढंग दस्या तरीका दस्या कि जदों भी कोई तुहाडे जीवन च समस्या आए दुष्ट दी ताकतां अंधकार दी शक्तियां तुहाडे जीवन दे विच तुहाडे परिवार च तुहाडे काम काज तुहाडी तरक्की विच तुहाडी सफलता दे विच कोई रुकावट बन के खड़ियां हो जाण उस समय की करना है ਇਹਦਾ 29ਵਾਂ वचन पढ़ियो या कैसे कोई मनुष्य किसी बलवंत के घर में घुसकर उसका माल लूट सकता है हालेलुया प्रभु यीशु मसीह अपने चेले ਨੂੰ ਦੱਸ ਰਹੇ ਨੇ ਕਿ ਕਿਵੇਂ ਕਿਸੇ ਤਾਕਤਵਰ ਬੰਦੇ ਦੇ ਘਰ ਵਿੱਚ ਜਾ ਕੇ ਤੁਸੀਂ ਉਹਦੇ ਘਰ ਨੂੰ ਲੁੱਟਣਾ ਹੈ ਉਹਦਾ ਕੰਮ ਦੱਸਿਆ ਉਹਨੇ ਕੀ ਕਰਨਾ ਹੈ जब तक कि पहले वह उस बलवंत को ना बांध ले सब तो पहला उस वो बलवंत जेड़ा है वो पहलवान जेड़ा है वो शक्तिशाली जेड़ा है ਉਹਦੇ ਹੱਥਾਂ ਪੈਰਾਂ ਨੂੰ ਤੁਸੀਂ ਬੰਨ ਦੇਣਾ ਹੈ ਯਿਸੂ ਮਸੀਹ ਦੇ ਨਾਮ ਆਮੀਨ ਹਾਲੇਲੂਇਆ ਹਾਲੇਲੂਇਆ ਸਭ ਤੋਂ ਪਹਿਲਾਂ ਉਹਨੂੰ ਬੰਨਣਾ ਸਭ ਤੋਂ ਪਹਿਲਾਂ ਉਹਦੀ ਤਾਕਤ ਨੂੰ ਉਹਦੀਆਂ ਯੁਕਤੀਆਂ ਨੂੰ ਉਹਦੀਆਂ ਚਲਾਕੀਆਂ ਨੂੰ ਉਹਦੇ ਮਕਸਦ ਨੂੰ ਜਿਹਦੇ ਲਈ ਤੁਹਾਡੇ ਜੀਵਨ ਚ ਆਇਆ ਹੈ
ਉਹਨੂੰ ਯਿਸੂ ਮਸੀਹ ਦੇ ਨਾਮ ਚ ਉਹਨੂੰ ਕੀ ਕਰ ਦੋ, ਬੰਨ ਦੋ। ਯਿਸੂ ਮਸੀਹ ਦੇ ਨਾਮ ਚ ਉਹਨੂੰ ਕੀ ਕਰ ਦੋ, ਬੰਨ ਦੋ, ਤਾਂ ਜੋ ਉਹਦੀ ਚੁਕਤੀ ਜਿਹੜੀ ਉਹ ਸਫਲ ਨਾ ਹੋਏ, ਤਾਂ ਜੋ ਉਹਦੀ ਯੋਜਨਾ ਸਫਲ ਨਾ ਹੋਏ, ਉਹਦਾ ਪਲਾਨ ਸਾਡੇ ਜੀਵਨ ਚ ਸਫਲ ਨਾ ਹੋਏ। ਇਸ ਲਈ ਸਭ ਤੋਂ ਪਹਿਲਾਂ ਪ੍ਰਾਰਥਨਾ ਦੇ ਵਿੱਚ ਉਹ ਸਾਰੀਆਂ ਦੁੱਖ ਦੀਆਂ ਤਾਕਤਾਂ ਜਿਹੜੀਆਂ ਸਾਡੇ ਜੀਵਨ ਚ ਕੰਮ ਕਰ ਰਹੀਆਂ ਨੇ, ਸਾਡੇ ਪਰਿਵਾਰ ਚ ਕੰਮ ਕਰ ਰਹੀਆਂ ਨੇ, ਸਾਡੀ ਤਰੱਕੀ ਚ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਬੰਨ ਦਿਓ ਯਿਸੂ ਮਸੀਹ ਦੇ ਨਾਮ ਤੇ। ਆਮੀਨ। ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ, ਜੋ ਕੁਝ ਤੁਸੀਂ ਮੇਰਾ ਨਾਮ ਲੈ ਕੇ ਧਰਤੀ ਤੇ ਬੰਨ ਦਿਓਗੇ ਉਹ ਅਸਮਾਨ ਵਿੱਚ ਵੀ ਬੰਨ ਜਾਵੇਗਾ। ਆਮੀਨ। ਜੋ ਕੁਝ ਤੁਸੀਂ ਧਰਤੀ ਤੇ ਖੋਲ ਦਿਓਗੇ ਉਹ ਅਸਮਾਨ ਵਿੱਚ ਵੀ ਖੁੱਲ ਜਾਵੇਗਾ। ਅੱਗੇ ਪੜੋ। तब वह उसका घर लूट लेगा। ਤਦ ਜਦੋਂ ਤੁਸੀਂ ਉਹਦੇ ਹੱਥਾਂ ਪੈਰਾਂ ਨੂੰ, ਉਹਦੀ ਸਾਰੀ ਜੁਗਤੀ ਨੂੰ, ਉਹਦੇ ਪਲਾਨ ਨੂੰ ਬੰਨ ਲਓਗੇ, ਤਦ ਫਿਰ ਤੁਸੀਂ ਆਰਾਮ ਦੇ ਨਾਲ ਉਹਦੇ ਅਧਿਕਾਰ ਵਿੱਚ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਆਜ਼ਾਦ ਕਰ ਸਕਦੇ ਜੇ, ਉਹਨਾਂ ਨੂੰ ਤੁਸੀਂ ਫ੍ਰੀ ਕਰ ਸਕਦੇ ਹੋ। ਹਾਂਜੀ। जो मेरे साथ नहीं वह मेरे विरोध में है। हालेलुया। प्रभु यीशु मसीह कहता जो मेरे नाल नहीं आ ਉਹ ਮੇਰੇ ਵਿਰੋਧ ਵਿੱਚ। तो ਅਸੀਂ ਹਮੇਸ਼ਾ ਪ੍ਰਭੂ ਯਿਸੂ ਮਸੀਹ ਦੇ ਨਾਲ ਕਿਵੇਂ ਰਹਿਣਾ ਹੈ? ਉਹਦੀਆਂ ਸਿੱਖਿਆਵਾਂ ਦੇ ਦੁਆਰਾ, ਉਹਦੇ ਵਚਨ ਦੇ ਦੁਆਰਾ। ਜੇਕਰ ਅਸੀਂ ਉਹਦੇ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਫੋਲੋ ਕਰਦੇ ਹਾਂ, ਉਹਦੇ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਰੱਖਦੇ ਹਾਂ, ਤਾਂ ਅਸੀਂ ਹਮੇਸ਼ਾ ਉਹਦੇ ਨਾਲ ਖੜੇ ਰਹਿੰਦੇ ਹਾਂ। ਹਾਲੇਲੂਇਆ। ਅਸੀਂ ਉਹਦੇ ਨਾਲ ਉਹਦੇ ਕੰਮਾਂ ਨੂੰ ਕਰਨ ਵਿੱਚ ਉਹਦੇ ਮਦਦਗਾਰ ਬਣ ਜਾਂਦੇ ਹਾਂ। ਇਸ ਲਈ ਪ੍ਰਭੂ ਦਾ ਵਚਨ ਸਾਨੂੰ ਇਹ ਸਿਖਾਉਂਦਾ ਹੈ ਕਿ ਸ਼ੈਤਾਨ ਜਿਹੜਾ ਸਾਰਾ ਦੁਸ਼ਟ ਉਹਦੇ ਪੰਜੇ ਹੇਠ ਸਾਰਾ ਸੰਸਾਰ ਹੈ, ਉਹ ਕਦੀ ਵੀ ਕਿਸੇ ਵੀ ਸਮੇਂ, क्योंकि वो अपना रूप ज्योति में धूप वर्गा रूप बना के भी साडे सामने आ जाए, ਉਹਦੇ ਬੜੇ ਰੂਪ ਨੇ ਉਹਦੇ, ਉਹ ਸਾਨੂੰ ਭਰਮਾਉਣ ਦੇ ਲਈ, ਸਾਨੂੰ ਨੁਕਸਾਨ ਕਰਨ ਦੇ ਲਈ ਉਹ ਕਈ ਵਾਰੀ ਸਵਰਗਦੂਤਾਂ ਦਾ ਚਿਹਰਾ ਲੈ ਕੇ ਸਾਡੇ ਸਾਹਮਣੇ ਆ ਸਕਦਾ, ਪਰ ਉਹਨੂੰ ਪਹਿਚਾਨਣ ਦੀ ਲੋੜ ਹੈ। ਉਹਨੂੰ ਪਹਿਚਾਨਣਾ ਹੈ ਅਸੀਂ ਆਪਣੇ ਜੀਵਨ, ਅਸੀਂ ਕਿਵੇਂ ਉਹਨੂੰ ਪਰਖਣਾ, ਕਿਵੇਂ ਉਹਨੂੰ ਪਹਿਚਾਨਣਾ ਹੈ। ਜੇਕਰ ਅਸੀਂ ਪ੍ਰਭੂ ਦੀ ਹਜ਼ੂਰੀ 'ਚ ਬੈਠਾਂਗੇ, ਪ੍ਰਾਰਥਨਾ ਕਰਾਂਗੇ, ਤਦ ਸਾਨੂੰ ਪਹਿਚਾਨ ਆ ਜਾਏਗੀ। ਜਦੋਂ ਪਰਮੇਸ਼ਰ ਨੇ ਆਪਣੀ ਸਭਾ ਸਵਰਗ ਵਿੱਚ ਲਗਾਈ ਹੋਈ ਸੀ, ਆਪਣੇ ਪੂਰੇ ਸਵਰਗਦੂਤਾਂ ਦੇ ਨਾਲ ਔਰ ਆਪਣੇ ਪੂਰੇ ਪਾਕ ਪਵਿੱਤਰ ਲੋਕਾਂ ਦੇ ਨਾਲ ਪਰਮੇਸ਼ਰ ਆਪਣੀ ਸਭਾ ਲਗਾ ਕੇ ਬੈਠਾ ਹੋਇਆ ਸੀ, ਤਦ ਵਚਨ 'ਚ ਲਿਖਿਆ ਅਯੂਬ ਦੀ ਕਿਤਾਬ ਦੇ ਅੰਦਰ ਕਿ ਸ਼ੈਤਾਨ ਵੀ ਉਹਨਾਂ ਦੇ ਵਿੱਚ ਚਲਾ ਗਿਆ। ਹਾਲੇਲੂਇਆ, ਹਾਲੇਲੂਇਆ। ਹੁਣ ਸ਼ੈਤਾਨ ਉੱਥੇ ਗਿਆ, ਪਰ ਉਹ ਸ਼ੈਤਾਨੀ ਰੂਪ ਵਿੱਚ ਨਹੀਂ ਗਿਆ, ਉੱਥੇ ਆਪਣਾ ਰੂਪ ਭੇਸ ਬਦਲ ਕੇ ਗਿਆ, ਪਰ ਪਰਮੇਸ਼ਰ ਦੀ ਨਿਗਾਹ ਤੋਂ ਬਚ ਨਹੀਂ ਸਕਿਆ। ਪਰਮੇਸ਼ਰ ਨੇ ਉਹਨੂੰ ਪਹਿਚਾਨ ਲਿਆ ਅਤੇ ਉਸ ਨੂੰ ਕਿਹਾ, ਓਏ ਤੂੰ ਕਿੱਧਰੋਂ ਆਇਆ? ਉਹਨੇ ਕਿਹਾ ਜੀ ਮੈਂ ਧਰਤੀ ਤੋਂ ਚੱਕਰ ਲਾ ਕੇ ਆਇਆ, ਮੈਂ ਘੁੰਮ ਕੇ ਆਇਆ ਧਰਤੀ। ਉੱਥੇ ਕਿਹਾ ਜਦੋਂ ਤੂੰ ਘੁੰਮ ਰਿਹਾ ਸਾਂ, ਉੱਥੇ ਕਿਸੇ ਨੂੰ ਦੇਖਿਆ ਤੂੰ? ਇੱਕ ਮੇਰਾ ਧਰਮੀ ਬੰਦਾ ਅਯੂਬ ਨਾਂ ਦਾ, ਉਹਨੂੰ ਦੇਖਿਆ? ਤਦ ਸ਼ੈਤਾਨ ਇੱਕਦਮ ਬੋਲਿਆ, ਹਾਂ ਮੈਂ ਉਹਨੂੰ ਦੇਖਿਆ। तो इस करके अगर वो स्वर्ग तक जाने की समर्था रखना, उत्थे पहुंच सकता है, परमेश्वर दे सभा दे विच पहुंच सकता है, उहदे पवित्र लोकां दे विच जाके खड़ा हो सकता है, तो फिर मेरे और तुहाडे जीवन च वो क्यों नहीं आ सकता? हालेलुया, हालेलुया, हालेलुया। इसलिए उहदे तो डरन वास्ते नहीं, मैं तुहानू दस रहा कि डरना नहीं, उहदे तो डरन दी लोड़ नहीं है। उहदी सारी ताकत, उहदी सारी सामर्थ उत्ते यीशु मसीह नूं अधिकार मिल गया। इसलिए ਉਹਦੇ ਅਧਿਕਾਰ ਨੂੰ, ਪ੍ਰਭੂ ਦੇ ਅਧਿਕਾਰ ਨੂੰ ਲੈ ਕੇ ਅਸੀਂ ਉਸ ਦੁਸ਼ਟ ਦਾ ਸਾਹਮਣਾ ਕਰਨ ਦੇ ਲਈ ਖੜੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਔਰ ਅਸੀਂ ਜਦੋਂ ਉਹਦਾ ਸਾਹਮਣਾ ਕਰਨਾ ਹੈ, ਅਸੀਂ ਕੀ ਕਰਨਾ ਹੈ? ਅਸੀਂ ਪੜਾਂਗੇ ਇੱਕ ਵਚਨ ਪਰਮੇਸ਼ਰ ਦਾ, ਪਤਰਸ ਦੀ ਪਹਿਲੀ ਪੱਤਰੀ ਉਹਦਾ 5ਵਾਂ ਬਾਬ सचेत हो और जागते रहो, क्योंकि तुम्हारा विरोधी शैतान गरजने वाले सिंह के समान इस खोज में रहता है कि किसको फाड़ खाए। हालेलुया, हालेलुया। परमेश्वर का वचन दस रहा है कि ਤੁਹਾਡਾ ਵੈਰੀ अर्थात शैतान गरजदे शेर वांगू इधर उधर ਲੱਭਦਾ ਹੈ ਕਿ ਕਿਨੂੰ ਫਾੜ ਕੇ ਖਾ ਜਾਏ। ਫਾੜ ਕੇ ਖਾਣ ਦੇ ਲਈ, ਫਾੜ ਕੇ ਕਿਉਂ ਖਾਣਾ ਚਾਹੁੰਦਾ ਸਾਨੂੰ? क्योंकि सानू परमेश्वर के पीछे चलन तो रोकना चाहता है, सानू विश्वास में डेगना चाहता है, सानू वचन तो पीछे लेके जाना चाहता है। इसलिए ओदी चालाकी को समझ जाओ। शैतान जो है वो शेर की नकल करता है, शेर नहीं हो।
ਬਾਈਬਲ ਦੱਸਦੀ ਹੈ ਕਿ ਸ਼ੇਰ ਸਿਰਫ ਇੱਕੋ ਹੀ ਆ, ਉਹ ਯਿਸੂ ਮਸੀਹ ਹੈ ਤੇ ਉਹਦੀ ਨਕਲ ਕਰਦਾ ਹੈ। ਹਾਲੇਲੂਇਆ। ਸ਼ੇਰ ਦੀ ਕੀ ਕਰਦਾ ਹੈ? ਨਕਲ ਕਰਦਾ ਹੈ, ਮਤਲਬ ਉਹਦੇ ਵਰਗੀ ਆਵਾਜ਼ ਕੱਢਦਾ ਹੈ, ਗਰਜਦਾ ਹੈ ਉਹਦੇ ਵਾਂਗੂ। ਔਰ ਗਰਜਨ ਤੇ ਜਦੋਂ ਸਾਡੇ ਵੱਲ ਆਉਂਦਾ ਹੈ, ਸਾਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ, ਸਾਨੂੰ ਫਾੜ ਕੇ ਖਾਣ ਦੀ ਕੋਸ਼ਿਸ਼ ਕਰਦਾ ਹੈ, ਤੇ ਕਹਿੰਦਾ ਤੁਸੀਂ ਉਹਦੇ ਤੋਂ ਡਰਨਾ ਨਹੀਂ, ਬਲਕਿ ਕੀ ਕਰਨਾ ਉਸ ਸਮੇਂ? ਯਾਕੂਬ ਦੀ ਪੱਤਰੀ 4 ਬਾਪ ਦਾ 7ਵਾਂ ਵਚਨ ਪੜੋ ਕਿ ਜਦੋਂ ਵੀ ਤੁਹਾਡੇ ਜੀਵਨ 'ਚ ਇਸ ਤਰ੍ਹਾਂ ਦਾ ਸਮੇਂ ਆਏ, ਕਦੀ ਤੁਹਾਨੂੰ ਮਹਿਸੂਸ ਹੋਏ ਕਿ ਸ਼ੈਤਾਨੀ ਤਾਕਤਾਂ ਸਾਡੇ ਜੀਵਨ ਦੇ ਵਿੱਚ ਨੇ, ਸਾਡੇ ਪਰਿਵਾਰ 'ਚ ਨੇ, ਸਾਡੇ ਘਰ 'ਚ ਨੇ, ਔਰ ਸਾਡਾ ਨੁਕਸਾਨ ਕਰਨਾ ਚਾਹੁੰਦੀਆਂ ਨੇ, ਸਾਨੂੰ रोक रही है परमेश्वर के पीछे चलन को, तब उस समय की करना? याकूब की पत्री 4 बाप का 7वां वचन पढ़ो। इसलिए परमेश्वर के अधीन हो जाओ। उस समय परमेश्वर के अधीन कर देना है अपने आप को। हाथ ऊपर करो, बोलो हालेलुया 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 हालेलुया। की करना है? अपने आप को परमेश्वर के अधीन कर देना। ਜਦੋਂ ਵੀ ਇਸ ਤਰ੍ਹਾਂ ਦਾ ਮਹਿਸੂਸ ਹੋਏ, ਸਭ ਤੋਂ ਪਹਿਲਾਂ ਕੰਮ ਕਰੋ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਬਿਜ਼ਨਸ ਨੂੰ, ਕਾਰੋਬਾਰ, ਜੋ ਕੁਝ ਵੀ ਤੁਹਾਡੇ ਜੀਵਨ 'ਚ ਕੋਈ ਸਮੱਸਿਆ ਜਿਸ ਖੇਤਰ 'ਚ ਵੀ ਸ਼ੈਤਾਨ ਨੇ ਕੀਤੀ ਹੈ, ਉਹਨੂੰ ਪਰਮੇਸ਼ਰ ਦੇ ਅਧੀਨ ਕਰ ਦਿਓ। ਹਾਂਜੀ। और शैतान का सामना करो। ਅਤੇ ਸ਼ੈਤਾਨ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿਓ। ਹਾਲੇਲੂਇਆ ਹਾਲੇਲੂਇਆ। ਸ਼ੈਤਾਨ ਦਾ ਕੀ ਕਰੋ? ਸਾਹਮਣਾ ਕਰੋ। ਸ਼ੈਤਾਨ ਦਾ ਸਾਹਮਣਾ ਕਿਵੇਂ ਕਰਨਾ ਹੈ? ਸਾਹਮਣਾ ਕਿਵੇਂ ਕਰਾਂਗੇ ਇਸ ਸ਼ੈਤਾਨ ਦਾ? डांगा ले आवांगे, तलवारा ले आवांगे, की करांगे? हां जी। बहुत कट लोग ने, पर कई लोग अपने ढंग नाल शैतान दा सामना करना चाहुंदे। कई बारी मैं किसी दे घर विच जावां, उन्हां दे घर कोई बच्चे ने जन्म लिया होए ਜਾਂ कोई प्रॉब्लम आई होए, तो सब तो पहला की कहंदे ने, बच्चे दे लागे तीलां वाली डब्बी रख दो, कोई जिंदरा रख दो, कैंची रख दो, शैतान कहंदे मेरे लागे ना आए। कई कहंदे भी सेती सरव दी बावां नाल बंद, शैतान ਇਹਦੇ ਸਾਹਮਣੇ ਨਾਲ ਆ ਨਹੀਂ ਸਕੇਗਾ ਦਿਲਾ। ਇਹ ਸਾਰੇ ਵਹਿਮ ਨੇ, ਇਹਨਾਂ ਤੋਂ ਬਾਹਰ ਨਿਕਲਣਾ। तो ਇਹਨਾਂ ਚੀਜ਼ਾਂ ਦੇ ਨਾਲ ਸ਼ੈਤਾਨ ਦਾ ਸਾਹਮਣਾ ਨਹੀਂ ਕਰਨਾ। ਸ਼ੈਤਾਨ ਦਾ ਸਾਹਮਣਾ ਕਰਨਾ ਹੈ ਵਚਨ ਦੇ ਨਾਲ। ਆਮੀਨ। ਕਦੇ ਨਾਲ ਕਰਨਾ ਹੈ? ਵਚਨ ਨਾਲ। ਪ੍ਰਭੂ ਯਿਸੂ ਮਸੀਹ ਨੇ ਬਹੁਤ ਵਧੀਆ ਉਦਾਹਰਨ ਦਿੱਤੀ ਹੈ ਸਾਨੂੰ। ਮੱਤੀ ਦੀ ਅੰਜੀਲ 4 ਬਾਪ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਦਾ ਸਾਹਮਣਾ 40 ਦਿਨ ਰੋਜ਼ਾ ਰੱਖਦੇ ਹੋਏ ਸ਼ੈਤਾਨ ਦੇ ਨਾਲ ਹੋਇਆ, ਤੇ ਸ਼ੈਤਾਨ 40ਵੇਂ ਦਿਨ ਉਹਨਾਂ ਦੇ ਕੋਲ ਆਇਆ ਜਦੋਂ ਯਿਸੂ ਮਸੀਹ ਨੂੰ ਭੁੱਖ ਲੱਗੀ ਹੋਈ ਸੀ, ਅਤੇ ਆਣ ਕੇ ਕਹਿਣ ਲੱਗਾ, ਜੇਕਰ ਤੂੰ ਪਰਮੇਸ਼ਵਰ ਦਾ ਪੁੱਤਰ ਆ ਤੇ ਇਹਨਾਂ ਪੱਥਰਾਂ ਨੂੰ ਕਹਿ ਦੇ ਇਹ ਰੋਟੀਆਂ ਬਣ ਜਾਣ। ਆਮੀਨ ਆਮੀਨ। ਯਿਸੂ ਮਸੀਹ ਨੇ ਆਖਿਆ, ਵਚਨ ਵਿੱਚ ਲਿਖਿਆ ਹੈ, ਇਨਸਾਨ ਸਿਰਫ ਰੋਟੀ ਨਾਲ ਨਹੀਂ ਜਿਉਂਦਾ, ਸਗੋਂ ਪਰਮੇਸ਼ਵਰ ਦੇ ਮੂੰਹ ਚੋਂ ਨਿਕਲਣ ਵਾਲੇ ਹਰੇਕ ਵਚਨ ਦੇ ਨਾਲ। ਆਮੀਨ ਹਾਲੇਲੂਇਆ 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 ਹਾਲੇਲੂਇਆ। ਯਿਸੂ ਮਸੀਹ ਨੇ ਕਾਹਦੇ ਨਾਲ ਸਾਹਮਣਾ ਕੀਤਾ ਸ਼ੈਤਾਨ ਦਾ? वचन दे नाल। कादे नाल? वचन नाल। बोलो वचन नाल। वचन नाल ਉਹਨੇ ਸਾਹਮਣਾ ਕੀਤਾ। ਜੇਕਰ ਉਹ ਅਸੀਂ ਕਹਿੰਦੇ ਕਿ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ, ਬਾਈਬਲ ਦੱਸਦੀ ਹੈ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ, ਤੇ ਸ਼ੈਤਾਨ ਨੇ ਕੀ ਕਿਹਾ? ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਆ, ਇਹਨਾਂ ਪੱਥਰਾਂ ਨੂੰ ਕਹਿ ਦੇ ਕਿ ਇਹ ਰੋਟੀਆਂ ਬਣ ਜਾਣ। ਫਿਰ ਯਿਸੂ ਮਸੀਹ ਨੂੰ ਕਹਿਣਾ ਚਾਹੀਦਾ ਹੈ ਪੱਥਰਾਂ ਨੂੰ ਰੋਟੀਆਂ ਬਣ ਜਾਣ, ਕਿਉਂਕਿ ਉਹ ਪਰਮੇਸ਼ਰ ਦਾ ਪੁੱਤਰ ਸੀ। ਹਾਲੇਲੂਇਆ ਹਾਲੇਲੂਇਆ। ਪਰ ਉਹਨੇ ਨਹੀਂ ਕਿਹਾ, ਕਿਉਂਕਿ ਜਬੂਰਾਂ ਦੀ ਕਿਤਾਬ ਪਹਿਲਾ ਅਧਿਆਇ ਦੀ ਪਹਿਲੀ ਆਇਤ ਵਿੱਚ ਲਿਖਿਆ, ਧੰਨ ਹੈ ਉਹ ਇਨਸਾਨ ਜਿਹੜਾ ਦੁਸ਼ਟਾਂ ਦੀ ਸਲਾਹ ਨਹੀਂ ਮੰਨਦਾ। ਆਮੀਨ ਹਾਲੇਲੂਇਆ ਹਾਲੇਲੂਇਆ। ਧੰਨ ਹੈ ਉਹ ਇਨਸਾਨ ਜਿਹੜਾ ਦੁਸ਼ਟਾਂ ਦੀ ਸਲਾਹ ਨਹੀਂ ਮੰਨਦਾ। ਹੁਣ ਪੱਥਰਾਂ ਨੂੰ ਰੋਟੀਆਂ ਬਣਾਉਣ ਦੀ ਸਲਾਹ ਕੌਣ ਦੇ ਰਿਹਾ ਹੈ? ਸ਼ੈਤਾਨ। ਕੌਣ ਦੇ ਰਿਹਾ ਹੈ? ਯਿਸੂ ਨੇ ਦੀ ਸਲਾਹ ਮੰਨ ਲਈ? ਨਹੀਂ ਮੰਨੀ। ਉਹਨੇ ਵਚਨ ਬੋਲ ਕੇ ਸ਼ੈਤਾਨ ਦਾ ਸਾਹਮਣਾ ਕੀਤਾ। ਉਹਨੂੰ ਗਾਲਾਂ ਨਹੀਂ ਕੱਢੀਆਂ, ਉਹਨੂੰ ਕੋਈ ਡਾਂਗਾ ਨਹੀਂ ਮਾਰੀਆਂ, ਉਹਨੂੰ ਤਲਵਾਰਾਂ ਨਹੀਂ ਮਾਰੀਆਂ, ਉਹਨੂੰ ਕੋਈ ਅਪਸ਼ਬਦ ਨਹੀਂ ਬੋਲੇ। ਉਹਨੂੰ ਕਿਹਾ, ਭਈ ਵਚਨ 'ਚ ਲਿਖਿਆ, ਇਨਸਾਨ ਰੋਟੀ ਨਾਲ ਨਹੀਂ ਜਿਉਂਦਾ, ਸਗੋਂ ਪਰਮੇਸ਼ਰ ਦੇ ਮੂੰਹ 'ਚੋਂ ਨਿਕਲਣ ਵਾਲੇ ਹਰੇਕ ਵਚਨ ਦੇ ਨਾਲ। ਹਾਲੇਲੂਇਆ 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 ਹਾਲੇਲੂਇਆ। ਫਿਰ ਸ਼ੈਤਾਨ ਉਹਨੂੰ ਬਹੁਤ ਉੱਚੀ ਚੋਟੀ ਦੇ ਉੱਤੇ ਲੈ ਗਿਆ ਅਤੇ ਉੱਥੇ ਜਾ ਕੇ ਉਹਨੂੰ ਕਹਿਣ ਲੱਗਾ, ਆਪਣੇ ਆਪ ਨੂੰ ਥੱਲੇ ਸੁੱਟ ਦੇ, ਕਿਉਂਕਿ ਤੇਰੇ ਬਾਰੇ ਲਿਖਿਆ ਹੈ। ਜਦੋਂ ਯਿਸੂ ਨੇ ਕਿਹਾ ਨਾ ਵੀ ਲਿਖਿਆ ਹੈ ਵਚਨ 'ਚ, ਤੇ ਹੁਣ ਸ਼ੈਤਾਨ ਵੀ ਲਿਖੇ ਹੋਏ ਤੇ ਆ ਗਿਆ। ਉਹਨੂੰ ਵੀ ਬਾਈਬਲ ਦਾ ਬੜਾ ਗਿਆਨ ਹੈ, ਵਚਨ ਬਹੁਤ ਜਾਣਦਾ ਹੈ। ਉਹ ਕਹਿੰਦਾ ਤੇਰੇ ਬਾਰੇ ਲਿਖਿਆ ਹੋਇਆ, ਜੇ ਤੂੰ ਮੈਨੂੰ ਕਹਿੰਦਾ ਨਾ ਵੀ ਲਿਖਿਆ ਵੀ ਰੋਟੀ ਨਾਲ ਨਹੀਂ ਜਿਉਣਾ, ਤੇ ਹੁਣ ਤੇਰੇ ਬਾਰੇ ਵੀ ਲਿਖਿਆ ਵਾ। ਕੀ ਲਿਖਿਆ ਹੈ? ਕਿ ਪਰਮੇਸ਼ਵਰ ਆਪਣੇ ਦੂਤਾਂ ਨੂੰ ਆਗਿਆ ਦੇਗਾ, ਉਹ ਤੈਨੂੰ ਆਪਣੇ ਹੱਥਾਂ ਤੇ ਚੁੱਕ ਲੈਣਗੇ, ਤੇਰੇ ਪੈਰਾਂ ਨੂੰ ਪੱਥਰ ਨਾਲ ਸੱਟ ਨਾ ਲੱਗੇ। ਹਾਲੇਲੂਇਆ ਹਾਲੇਲੂਇਆ। ਹੁਣ ਯਿਸੂ ਮਸੀਹ ਸੱਚਮੁੱਚ ਕਹਿ ਸਕਦਾ ਕਿ ਵਾਕਈ ਇਹ ਗੱਲ ਲਿਖੀ ਹੋਈ ਹੈ,
ਵੀ ਮੈਂ ਥੱਲੇ ਛਾਲ ਮਾਰ ਦਵਾਂਗਾ, ਦੂਤ ਆਉਣਗੇ ਮੈਨੂੰ ਉਠਾ ਲੈਣਗੇ ਤੇ ਮੈਨੂੰ ਠੇਡਾ ਨਹੀਂ ਲੱਗੇਗਾ, ਮੈਨੂੰ ਪੱਥਰ ਨਾਲ ਸੱਟ ਨਹੀਂ ਲੱਗੇਗੀ। ਹਾਲੇਲੂਇਆ 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 ਹਾਲੇਲੂਇਆ। ਯਿਸੂ ਮਸੀਹ ਨੇ ਉਹ ਜਵਾਬ ਦਿੱਤਾ, ਟੱਕਰਾ ਕੀਤਾ, ਉਹਦਾ ਸਾਹਮਣਾ ਕੀਤਾ। ਉਹਨੂੰ ਕੀ ਕਿਹਾ? ਕਹਿੰਦਾ ਜੇ ਇਹ ਲਿਖਿਆ ਹੈ ਤੇ ਨਾਲ ਇਹ ਵੀ ਲਿਖਿਆ ਹੈ, ਆਪਣੇ ਪਰਮੇਸ਼ਰ ਦੀ ਪ੍ਰੀਖਿਆ ਨਹੀਂ ਲੈਣੀ। ਹਾਲੇਲੂਇਆ ਹਾਲੇਲੂਇਆ। ਮੈਨੂੰ ਪਤਾ ਹੈ ਕਿ ਉਹ ਦੂਤ ਭੇਜ ਦੇਗਾ, ਮੈਨੂੰ ਪਤਾ ਹੈ ਕਿ ਉਹਦੇ ਦੂਤ ਮੇਰੀ ਰਾਖੀ ਦੇ ਲਈ ਉਹਨੇ ਬਣਾਏ ਨੇ, ਪਰ ਫਿਰ ਵੀ ਅਸੀਂ ਆਪਣੇ ਪਰਮੇਸ਼ਰ ਤੋਂ ਪਰਖ ਨਹੀਂ ਸਕਦੇ, ਉਹਦੀ ਪ੍ਰੀਖਿਆ ਨਹੀਂ ਲੈ ਸਕਦੇ। ਹਾਲੇਲੂਇਆ 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 ਹਾਲੇਲੂਇਆ। ਫਿਰ ਤੀਸਰੀ ਵਾਰੀ ਸ਼ੈਤਾਨ ਉਹਨੂੰ ਹੈਕਲ ਦੇ ਉੱਚੇ ਮਿਨਾਰੇ ਉੱਤੇ ਲੈ ਗਿਆ ਅਤੇ ਉਹਨੂੰ ਧਰਤੀ ਦੀਆਂ ਸਾਰੀਆਂ ਬਾਦਸ਼ਾਹੀਆਂ ਦਿਖਾਈਆਂ, ਸਾਰਾ ਧਨ ਦੌਲਤ ਦਿਖਾਇਆ ਅਤੇ ਉਸ ਨੂੰ ਕਿਹਾ ਤੂੰ ਇੱਕ ਵਾਰੀ ਝੁੱਕ ਕੇ ਮੈਨੂੰ ਪ੍ਰਣਾਮ ਕਰ ਦੇ, ਇਹ ਸਾਰਾ ਕੁਝ ਮੈਂ ਤੈਨੂੰ ਦੇ ਦੇਵਾਂਗਾ। ਆਮੀਨ ਆਮੀਨ। ਸਾਰਾ ਕੁਝ ਤੈਨੂੰ ਦੇ ਦੇਵਾਂਗਾ। ਤਾਂ ਯਿਸੂ ਮਸੀਹ ਨੇ ਆਖਿਆ, ਵਚਨ ਚ ਲਿਖਿਆ ਹੋਇਆ ਤੂੰ ਆਪਣੇ ਪਰਮੇਸ਼ਰ ਤੋਂ ਸਿਵਾਏ ਹੋਰ ਕਿਸੇ ਨੂੰ ਮੱਥਾ ਨਹੀਂ ਟੇਕਣਾ। ਫਿਰ ਉਹਨੇ ਡਾਂਟਿਆ ਸ਼ੈਤਾਨ ਨੂੰ और लिखा शैतान ਉਹਦੇ ਤੋਂ दूर चला गया और स्वर्गदूत आके यीशु मसीह की पहल सेवा करने लगे। ਇਹ ਢੰਗ ਹੈ ਸ਼ੈਤਾਨ ਦਾ ਸਾਹਮਣਾ ਕਰਨ ਦਾ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਅਧੀਨ ਕਰ ਦਿਓ ਪਰਮੇਸ਼ਰ, ਆਪਣੇ ਪਰਿਵਾਰ ਨੂੰ ਪਰਮੇਸ਼ਰ ਦੇ ਅਧੀਨ ਕਰ ਦਿਓ, ਆਪਣੇ ਬੱਚਿਆਂ ਨੂੰ ਪਰਮੇਸ਼ਰ ਦੇ ਅਧੀਨ ਕਰ ਦਿਓ। ਆਪਣੀਆਂ ਜੋ ਸਮੱਸਿਆਵਾਂ ਨੇ, ਤੁਹਾਨੂੰ ਜੋ ਤੁਹਾਡਾ ਬਿਜ਼ਨਸ ਹੈ, ਕਾਰੋਬਾਰ ਹੈ, ਨੌਕਰੀ ਹੈ, ਪੜ੍ਹਾਈ ਲਿਖਾਈ, ਜੋ ਕੁਝ ਵੀ ਭਵਿੱਖ ਦੇ ਲਈ ਤੁਸੀਂ ਸੋਚਿਆ ਹੈ, ਉਹ ਸਾਰੀਆਂ ਚੀਜ਼ਾਂ ਨੂੰ ਪਰਮੇਸ਼ਰ ਦੇ ਅਧੀਨ ਕਰ ਦਿਓ और वचन बोलने शुरू कर दो अपने जीवन। हर रोज वचन बोलिया करो परमेश्वर। और ਜਦੋਂ ਤੁਸੀਂ ਵਚਨ ਦੇ ਨਾਲ ਸਾਹਮਣਾ ਕਰੋਗੇ, ਸ਼ੈਤਾਨ ਤੁਹਾਡੀ ਜ਼ਿੰਦਗੀ ਚੋਂ ਚਲਾ ਜਾਏਗਾ। ਆਮੀਨ। ਸ਼ੈਤਾਨ ਦਾ ਸਾਹਮਣਾ ਕਰੋ और ਤੇ ਕੀ ਹੋ ਜਾਏਗਾ ਦੇਖਦੇ ਹੋ। शुरू तो पढ़ दो सत वचन 4 का 7। इसलिए परमेश्वर के अधीन हो जाओ, इसलिए ਤੁਸੀਂ ਪਰਮੇਸ਼ਰ ਦੇ ਅਧੀਨ ਹੋ ਜਾਓ और शैतान का सामना करो, ਅਤੇ ਸ਼ੈਤਾਨ ਦਾ ਸਾਹਮਣਾ ਕਰੋ, तो वह तुम्हारे पास से भाग निकलेगा, ਉਹ ਤੁਹਾਡੇ ਕੋਲੋਂ ਦੌੜ ਜਾਵੇਗਾ। ਆਮੀਨ। ਕੱਲਾ ਇਹ ਨਹੀਂ ਲਿਖਿਆ ਕਿ ਚਲਾ ਜਾਏਗਾ, ਉਹ ਲਿਖਿਆ ਕਿ ਉਹ ਦੌੜ ਜਾਏਗਾ। ਕੀ ਹੋ ਜਾਏਗਾ? ਉਹ ਦੌੜ ਜਾਏਗਾ। ਹਾਲੇਲੂਇਆ ਹਾਲੇਲੂਇਆ। ਮਤਲਬ ਠਹਿਰ ਨਹੀਂ ਸਕੇਗਾ ਤੁਹਾਡੇ ਲਈ। ਹਾਲੇਲੂਇਆ 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 ਹਾਲੇਲੂਇਆ। ਇਸ ਲਈ ਪਰਮੇਸ਼ਰ ਦੇ ਵਚਨ ਜਦੋਂ ਸਾਡੇ ਹਿਰਦੇ ਵਿੱਚ, ਸਾਡੇ ਜੀਵਨ 'ਚ ਹੁੰਦੇ ਹਨ, ਉਹ ਸਾਡੀ ਅਗਵਾਈ ਕਰਦੇ ਨੇ, ਸਾਡਾ ਮਾਰਗਦਰਸ਼ਨ ਕਰਦੇ ਨੇ। और शैतानी ताकतां किन्ना भी गुप्त रूप में साडे जीवन च आ जाण, जे वचन ਅਸੀਂ ਪੜਾਂਗੇ, प्रार्थना ਅਸੀਂ ਕਰਾਂਗੇ, ਤੇ शैतान प्रगट हो जाएगा। आमीन आमीन। वो की करेगा? ਉਹਨੂੰ प्रगट होना पड़ेगा, क्योंकि वो सच ਦੇ सामने खड़ा नहीं हो सकता। हालेलुया 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 हालेलुया। वो प्रगट होएगा और ਜਦੋਂ ਉਹ प्रगट होएगा फिर ਸਾਨੂੰ सचमुच पता लग जाएगा कि ये परेशानी दुष्ट आत्मा के द्वारा साडे जीवन च, ये साडे जीवन च समस्या शैतान दे करके आई, ये साडे कारोबार दे विच जो मुश्किल आई शैतान दी शक्ति करके आई, ये जादू टोने करके आई या कितने कराए दे करके आ गई। इसलिए ਅਸੀਂ ਉਹਦੇ ਤੇ ਕੰਮ ਕਰਾਂਗੇ, ਉਹਦੇ ਤੇ ਅਸੀਂ ਯਿਸੂ ਦੇ ਵਚਨ ਦੇ ਨਾਲ ਵਾਰ ਕਰਾਂਗੇ और उस दुष्ट आत्मा ਨੂੰ कमांड करांगे, शैतानी ताकत ਨੂੰ ਹਰਾਵਾਂਗੇ, ਜਾਦੂ ਟੋਨੇ ਨੂੰ ਕੈਂਸਲ ਕਰਾਂਗੇ ਯਿਸੂ ਦੇ ਨਾਮ और कितने कराए खाते खिलाए सब जादू टोने उन्हां दा प्रभाव साडे जीवन चो, साडे परिवार चो खत्म हो जाएगा और ਅਸੀਂ आजाद हो जावांगे यीशु दे नाम। आमीन हालेलुया हालेलुया। ਅਸੀਂ ਕੀ ਹੋ ਜਾਵਾਂਗੇ? आजाद। हालेलुया हालेलुया। इसलिए डरने की लोड़ नहीं है, शैतान को डरना नहीं, क्योंकि हारिया होया है, यीशु मसीह ने ते जित पाई है और ਤੁਸੀਂ प्रभु ਦੇ ਵਿਸ਼ਵਾਸੀ ਲੋਗ ਹੋ और ਤੁਹਾਨੂੰ प्रभु ने अधिकार ਦਿੱਤਾ ਹੈ कि ਤੁਸੀਂ ਦੁਸ਼ਟ ਆਤਮਾਵਾਂ ਨੂੰ ਕੱਢ ਸਕਦੇ ਹੋ। और वचन पढ़ेंगे मरकुस की इंजील उसका 16वां अध्याय, मरकुस की इंजील 16वां बाब और 17वां वचन पढ़ेंगे। मरकुस 16वां बाब और 17वां वचन। करने वालों में ये चिन्ह होंगे, विश्वास करने वाले उनके विच ये चिन्ह होंगे कि वे मेरे नाम से दुष्ट आत्माओं को निकालेंगे। आमीन आमीन हालेलुया 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 हालेलुया। प्रभु यीशु मसीह कहते ने
विश्वास करने वाले दे विच ये चिन्ह होणगे, वो मेरा नाम लेके दुष्ट आत्मावां नूं कट्टणगे। मेरा नाम लेके की करनगे? दुष्ट आत्मावां नूं कट्टणगे। हालेलुया। हालेलुया। तुसी विश्वास करदे हो यीशु मसीह दे? बोलो विश्वास करदे हो? तो फिर तुहानू अधिकार है, तुसी दुष्ट आत्मावां नूं कढ सकदे। आमीन। तुहानू डरन दी लोड़ नहीं है, तुहानू घबराउण दी लोड़ नहीं है। ये ਤੁਹਾਡੇ ਅਧਿਕਾਰ ਵਿੱਚ ਪ੍ਰਭੂ ਨੇ ਦੇ ਦਿੱਤੀਆਂ ਹੈ। ਆਮੀਨ। ਹਾਲੇਲੂਇਆ। ਇਹ ਦੁਸ਼ਟ ਆਤਮਾ ਦੇ ਉੱਤੇ ਤੁਹਾਨੂੰ ਅਧਿਕਾਰ ਮਿਲ ਗਿਆ ਹੈ। शैतान ਤੁਹਾਡੇ ਨਾਲ ਬੋਲੇਗਾ, ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰੇਗਾ, ਪਰ ਅਗਰ ਤੁਸੀਂ ਪਰਮੇਸ਼ਰ ਦਾ ਵਚਨ ਉਸ ਜਗ੍ਹਾ ਦੇ ਉੱਤੇ ਬੋਲੋਗੇ ਤਾਂ ਸ਼ੈਤਾਨ ਹਾਰ ਜਾਏਗਾ। ਆਮੀਨ। ਉਹਨੂੰ ਸਿਰਫ ਤੇ ਸਿਰਫ ਦੁਨੀਆ ਦੀ ਇੱਕ ਹੀ ਤਾਕਤ ਹਰਾ ਸਕਦੀ ਆ, ਉਹ ਹੈ ਪਰਮੇਸ਼ਰ ਦਾ ਵਚਨ। ਆਮੀਨ। ਹਾਲੇਲੂਇਆ। ਹਾਲੇਲੂਇਆ। ਵਚਨ ਤੋਂ ਉਹ ਡਰਦਾ ਹੈ, बाकी दुनिया की कोई ताकत तो उन्हें डर नहीं लगता। कई लोग कहते हैं आग तो डरता है, और पीला या डब्बियां तो डरता है, वो मार तो कैंची तो डर जाता है, जिंदरियां तो डर जाता है, इन्हां चीजां तो नहीं डर लगता। उन्हें सिर्फ एक चीज तो डर लगता है, वो है यीशु का वचन, वो है यीशु का नाम, वो है यीशु का लव। आमीन। हालेलुया। हालेलुया। इन्हां चीजां तो डरता है, क्योंकि यीशु मसीह ने वचन के नाल उन्हें जितया है। आमीन। आमीन। हालेलुया। 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 इसलिए कभी भी डरना नहीं, घबराना नहीं, ये हमेशा याद रखना मेरे यीशु ने शैतानी ताकतां दे उत्ते जित पाई है, और यीशु शैतान दे कमां दा खात्मा करन दे लई संसार विच आया। आमीन। अते मैं ओदा विश्वासी बेटा हां, मैं विश्वासी बेटी हां, अते मैनूं ओने अधिकार दिता है, मैं ओदे ते विश्वास करदी हां, विश्वास करदा, मैनूं अधिकार है, मैं दुष्ट आत्मावां नूं कढ सकदा हां, कढ सकदा। आमीन। हालेलुया। हालेलुया। अगर तुसी विश्वास दे नाल शैतान दा सामना करन तो पहला अपने आप को परमेश्वर के अधीन कर दोगे, शैतान तुम्हारी जिंदगी से चला जाएगा और तुसी फ्री हो जाओगे यीशु मसीह के नाम। आमीन। तुम्हारे बिजनेस फ्री हो जाएंगे यीशु के नाम दे। आमीन। तुम्हारे कारोबार फ्री हो जाएंगे यीशु मसीह के नाम। आमीन। तुम्हारा घर, तुम्हारा परिवार फ्री हो जाएगा यीशु मसीह के नाम। आमीन। तुसी आजाद हो जाओगे। आमीन। हालेलुया। हालेलुया। और तुसी देखोगे परमेश्वर दी बरकतां जेड़ियां रुकियां हुईयां सन, वो तुम्हारे जीवन दे विच आउणियां शुरू। आमीन। बंधन तोड़े जाएंगे, और जिवें प्रभु दे स्वर्ग दूत यीशु दे कोल आ गए सी ओदी सेवा करन दे लई, उसे तरह परमेश्वर तुम्हारी मदद लई भी अपने हेल्पर भेज देगा। वो स्वर्ग तो तुम्हारी मदद भेज देगा, और बहुत सारे लोग तुम्हारी मदद दे लई खड़े हो जाएंगे। जितनी देर तक दुष्ट आत्मा साडे जीवन च रहिंदियां ने, उन्नी देर तक कोई मददगार साडे लागे नहीं होंदा, साडी मदद करने वास्ते तैयार नहीं हुंदा। पर जदों दुष्ट आत्मा साडे जीवन चों निकल जांदियां ने, तां जिवें यीशु दे कोल स्वर्गदूत आ गए सी ओदी मदद करने वास्ते, ओवें परमेश्वर अपने लोकां नूं भेज दिंदा है साडी मदद करन। आमीन। हालेलुया। हालेलुया। परमेश्वर दा सेवक दाऊद राजा बोलदा है, ये परमेश्वर मैं अपनी अखां पहाड़ां वल चुकदा, मेरी मदद कौन करेगा? फिर वो कहता है मेरा मददगार याकूब दा खुदा है, वो मेरी मदद करदा है, वो आकाश तो मेरी मदद कर लेगा, वो स्वर्ग तो मेरी मदद करेगा। अजे मैं अपनी आंखों दे वल लावांगा, मैं उन्हें पुकारांगा, अजे वो मेरी मदद वास्ते अपने स्वर्गदूतां नूं भेज देगा। आमीन। हालेलुया। हालेलुया। इसलिए चिंता नहीं करनी, अपने आप नूं, अपने परिवार नूं अज प्रभु दे अगे समर्पण करो, ओदे अधीन कर दो अपने आप नूं। जो भी तुहाडे भविष्य दे प्लान ने, योजनावां ने, अगर तुसीं उन्हां विच सफल नहीं हो पा रहे, बहुत बारी कोशिश की है सफल होने दी, पर रुकावटां पै जांदियां ने। ये हो सकता है कि तुसी सोचदे होगे ये स्वभावक रुकावट है, पर वो स्वभावक ना होने करके वो दुष्ट आत्मा के द्वारा हो सकती। तो आज समय है तुहाडे कोल कि तुसी उन्हां दुष्ट आत्मावां तो आजाद हो जाओ, और आज परमेश्वर दे दूत तुहाडी मदद वास्ते तुहाडे कोल आ जाण। आमीन। तुहाडे परिवार विच आ जाण। आमीन। और तुसी वड्डियां दुआइयां दे नाल अगले एतवार को परमेश्वर दे पावन च मुड़ाओ और परमेश्वर दी महिमा करो। आमीन। हालेलुया। 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 आज दे पढ़े और सुने के वचन के राही परमेश्वर मैनू और तुहानू सारे लोगों की आशीष दे। आमीन। सब लोग अपनी जगह पे खड़े हुए अपने हाथों को खोलिए, प्रभु देंगे
सब लोग खड़े रहिए, कोई बैठा ना रहे, सब लोग खड़े हो जाइए। शैतान तो खड़े कौन तो रोकेगा, पर तुसी रुकना नहीं है।